ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੌਲ ਸਾਹਿਬ a very good morning। ਸਤਿ ਸ਼੍ਰੀ ਅਕਾਲ। ਆਪਣੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਜੀ। ਕੀ ਹਾਲ ਚਾਲ? ਵਧੀਆ। ਬਿਲਕੁਲ ਮਿਹਰਬਾਨੀਆਂ। ਦੇਖੋ ਚੜ੍ਹਦੀ ਕਲਾ ਹਰ ਮੈਦਾਨ ਫਤਿਹ ਆ ਜੀ। ਤੇ ਦੂਸਰੇ ਪਾਸੇ ਇਹ ਹੈ ਕਿ ਹਰ ਮੈਦਾਨ ਫਤਿਹ ਭੈਣ ਭਰਾ ਉਹ ਸੌਖਾ ਕਰਦੇ ਨੇ ਜਿਹਨਾਂ ਨੂੰ ਤਾਂ ਦੇਖੋ ਵੀ ਆਪਾਂ ਹੁਣ ਦੇਸ਼ ਵਿਦੇਸ਼ਾਂ ਦੇ ਵਿੱਚ ਹਰ ਵਿਅਕਤੀ ਦੀ ਭਾਲ ਤਾਂ ਬੈਟਰ ਲਾਈਫ ਦੀ ਹੁੰਦੀ ਆ, ਵੀ ਚੰਗੀ ਜ਼ਿੰਦਗੀ ਮਿਲੇ, ਸਵਰਗ ਮਿਲੇ। ਉਹ ਸਵਰਗ ਜੇ ਆਪਣੀ ਜਨਮ ਭੂਮੀ ਤੇ ਨਾ ਮਿਲਦਾ ਹੋਵੇ ਅਰਸ਼, ਫਿਰ ਲੱਗਦਾ ਹੁੰਦਾ ਵੀ ਬਾਹਰ ਮਿਲੂਗਾ ਕਿਤੇ। ਉਹ ਹੁਣ ਸਵਰਗ ਨਰਕ ਹੈ ਤਾਂ ਵੈਸੇ ਬਾਣੀ ਦੇ ਅਨੁਸਾਰ ਤੇ ਅੰਦਰ ਹੀ ਆ ਆਪਣੇ, ਪਰ ਆਪਾਂ ਲੱਭਦੇ ਕਿਤੇ ਜਾਣੀ ਬਾਹਰ ਫਿਰਦੇ ਆ, ਹਨਾ ਜੀ। ਕਿਉਂਕਿ ਸਵਰਗ ਆ ਜਾਂ ਨਰਕ ਆ ਸਾਡੇ ਕਰਮ ਜਾਂ ਕੁਕਰਮ ਦਾ ਨਤੀਜਾ ਆ ਹਨਾ। ਵੀ ਉਹ ਧਰਤੀ ਦਾ ਕੋਈ ਟੁਕੜਾ ਹੋਵੇ, ਸਾਰੀ ਧਰਤੀ ਬੜੀ ਖੂਬਸੂਰਤ ਬਣਾਈ ਆ। ਇਹ ਨੀ ਗਾ ਵੀ ਇੱਕ ਜਗ੍ਹਾ ਨਰਕ ਬਣ ਗਈ ਆ ਵੀ ਹੁਣ ਮੈਂ ਕਿਤੇ ਹੋਰ ਚੱਲਾਂ, ਹਨਾ। ਪਰ ਉਹ ਇਹ ਕਿਤੇ ਹੋਰ ਚੱਲਾਂ ਵਾਲੀ ਗੱਲ ਲੱਗਦੀ ਵੀ ਆ ਵੀ ਮੇਰਾ ਨਹੀਂ ਕੋਈ ਜ਼ੋਰ ਚੱਲਿਆ ਵੀ ਹੋਰ ਨਾ ਲੋਕਾਂ ਦੇ ਕਰਕੇ ਇਹ ਨਰਕ ਬਣ ਗਈ, ਇੱਥੇ ਮੇਰਾ ਕੋਈ ਕੰਟਰੋਲ ਹੀ ਨਹੀਂ ਆ। ਪਰ ਜੀ ਉਹੀ ਲੋਕ ਏਦਾਂ ਕਹਿ ਕੇ ਖਾਲੀ ਹੱਥ ਜਾਂ ਜਿੱਦਾਂ ਵੀ ਰਾਹ ਮਿਲਿਆ ਜਾਂ ਦੋ ਟੈਚੀ ਬੈਗ ਚੁੱਕ ਕੇ ਵੀ ਉੱਥੋਂ ਨੱਸੇ ਹੋਣ ਜਾਂ ਨੱਸੀਆਂ ਹੋਣ, ਵੀ ਉਹ ਤਾਂ ਆਪਣੇ ਆਪ 'ਚ ਹੁਣ ਨਿਰਾ ਸੋਨਾ ਹੀ ਸੀਗੇ ਜਾਂ ਸੀਗੀਆਂ। ਪਰ ਉਹਨਾਂ ਦੇ ਵਿੱਚੋਂ ਵੀ ਜੇ ਜਾਣੀ ਇੱਥੇ ਮਤਲਬ ਵਾਲਾ ਗੜਿਆਂ ਦੀ ਵਰਖਾ ਵਾਂਗੂ ਜਿੱਦਾਂ ਅਰੈਸਟ ਹੋ ਰਹੀਆਂ, ਜਾਂ ਜੋ ਆਪਾਂ ਆਮ ਤੌਰ ਤੇ ਕਹਿੰਦੇ ਹੁੰਦੇ ਵੀ ਥੋੜੇ ਤੇ ਥੋੜੀਆਂ ਹੀ ਆ, ਸਾਰੇ ਤੇ ਸਾਰੀਆਂ ਨਹੀਂ। ਪਰ ਫਿਰ ਜਦੋਂ ਅਰਸ਼ ਆਪਾਂ ਇੱਕ ਸਿੰਪਲ ਸਵਾਲ ਕਰਦੇ ਹੁੰਦੇ, ਸਿੰਪਲ ਸਵਾਲ ਇਹ ਰਹਿੰਦਾ ਹੈ ਵੀ ਕੋਈ ਇੱਕ ਪ੍ਰੋਫੈਸ਼ਨ ਕੈਨੇਡਾ ਦੇ ਵਿੱਚ ਦੱਸ ਦਿਓ ਜਿਹਦੇ ਦੇ ਵਿੱਚ ਆਪਾਂ ਵਿਦੇਸ਼ਾਂ ਤੋਂ ਆਏ ਹੋਏ ਲੋਕ ਇੱਥੇ ਆ ਕੇ ਸ਼ਾਮਲ ਹੋਏ, ਉਹਨਾਂ ਦਾ ਹੱਥ ਉੱਪਰ ਹੋਇਆ, ਕਹਿ ਲਓ ਵੀ ਹੌਲੀ ਹੌਲੀ ਉਹਨਾਂ ਦੀ ਬਹੁਤ ਗਿਣਤੀ ਹੁੰਦੀ ਗਈ, ਤੇ ਉਹ ਪ੍ਰੋਫੈਸ਼ਨ ਦੱਸਣਾ ਆ ਵੀ ਜਾਣੀ ਜਿਹਦਾ ਕਿ ਸਤਿਆਨਾਸ਼ ਨਹੀਂ ਹੋਇਆ, ਜਿਹਦਾ ਭੱਠਾ ਨਹੀਂ ਬੈਠਿਆ। ਇੱਕ ਪ੍ਰੋਫੈਸ਼ਨ ਦੱਸ ਦੇਣਾ ਆ, ਜਾਂ ਫਿਰ ਇੱਕ ਪ੍ਰੋਫੈਸ਼ਨ ਦੱਸ ਦੇਣਾ ਜਿਹਦੇ ਵਿੱਚ ਅਜੇ ਆਪਾਂ ਬਾਹਰੋਂ ਆਏ ਹੋਏ ਲੋਕਾਂ ਦੀ ਕੈਨੇਡਾ ਵਿੱਚ ਬਹੁਤਾਤ ਨਹੀਂ ਹੋਈ ਜਾਂ ਸ਼ਮੂਲੀਅਤ ਨਹੀਂ ਹੋ ਸਕੀ, ਵੀ ਉਹਦਾ ਫੇਰ ਵੀ ਬੇੜਾ ਗਰਕ ਹੋ ਗਿਆ ਹੋਵੇ। ਇੱਕ ਦੱਸਣਾ। ਤੇ ਜੇ ਹੁਣ ਇਸ ਸਵਾਲ ਦਾ ਜਵਾਬ ਤੇ ਸਾਰੇ ਦਿਮਾਗਾਂ ਦੇ ਵਿੱਚ ਹੈਗਾ ਆ, ਪਰ ਬੋਲਣ ਤੋਂ ਝਿਜਕਿਆ ਜਾ ਰਿਹਾ, ਦੱਸਣ ਤੋਂ, ਤੇ ਫਿਰ ਮਤਲਬ ਸਾਫ਼ ਆ ਵੀ ਹਰ ਪ੍ਰੋਫੈਸ਼ਨ ਦਾ ਜੇ ਬੇੜਾ ਗਰਕ ਨਜ਼ਰ ਆਉਂਦਾ ਹੋਇਆ ਤੇ ਫਿਰ ਥੋੜੇ ਤੇ ਥੋੜੀਆਂ ਕਿੱਦਾਂ ਹੋਏ। ਸਿੰਪਲ ਫਾਰਮੂਲੇ ਨਾਲ ਤੁਸੀਂ ਜਰਾ ਆਪਣਾ ਬੈਰੋਮੀਟਰ ਸਹੀ ਕਰੋ ਨਾ ਜੀ। ਦੇਖੋ ਵੀ ਥੋੜੇ ਤੇ ਥੋੜੀਆਂ ਜਿਹੜੀ ਇਹ ਗੱਲ ਬਣਾਈ ਹੋਈ ਆ ਅੱਜ ਦੇ ਸੰਦਰਭ ਦੇ ਵਿੱਚ ਇਹ ਢੁਕਦੀ ਵੀ ਹੈ। ਆਪਾਂ ਤਾਂ ਉੱਥੇ ਬੈਸਟ ਆਏ ਸੀਗੇ, ਆਪਾਂ ਕਿਹਾ ਸੀ ਉੱਥੇ ਜੇ ਸੱਤਿਆਨਾਸ਼ ਆ, ਬੇੜਾ ਗਰਕ ਆ, ਕਰਪਸ਼ਨ ਬਹੁਤ ਆ, ਲੀਡਰ ਮਾੜੇ ਆ, ਮੈਂ ਚੱਲਾਂ ਜੀ ਕਿਤੇ ਹੋਰ, ਮੇਰਾ ਸਵਰਗ ਹੋਰ ਕਿਤੇ ਆ। ਤੇ ਆਪਾਂ ਤੇ ਬੈਸਟ ਆਏ ਸੀ ਉੱਥੋਂ, ਆਪੋ ਆਪਣੇ ਦਿਮਾਗਾਂ 'ਚ ਸਾਰੇ ਦੇ ਭਾਈ ਆਪਾਂ ਬੈਸਟ ਆਏ ਸੀ, ਤੇ ਫੇਰ ਸਾਰੇ ਪ੍ਰੋਫੈਸ਼ਨਲ ਦਾ ਇੱਥੇ ਬੇੜਾ ਗਰਕ ਕਿੱਦਾਂ ਹੋ ਗਿਆ ਆਪਣੇ ਬੈਸਟ ਲੋਕਾਂ ਦੇ ਉੱਥੋਂ। ਇਹ ਜਰਾ ਗੱਲਾਂ ਵਿਚਾਰਨ ਵਾਲੀਆਂ ਨੇ। ਸੋ ਇਸ ਕਰਕੇ ਲੱਗਦਾ ਇਹ ਹੁੰਦਾ ਵੀ ਸਵਰਗ ਤੇ ਨਰਕ ਅਸੀਂ ਲੱਭਦੇ ਕਿਤੇ ਬਾਹਰ ਫਿਰਦੇ ਹਾਂ, ਜਦ ਕਿ ਸਿੱਖਣ ਦੀ ਬਾਣੀ ਵਿੱਚੋਂ ਇਹ ਲੋੜ ਆ ਵੀ ਉਹ ਹੈਗਾ ਸਾਡੇ ਅੰਦਰਾਂ ਦੇ ਵਿੱਚ, ਸਾਡੇ ਸਿਰਾਂ ਦੇ ਵਿੱਚ ਹੈ, ਸਾਡੇ ਸਿਰਾਂ ਦੇ ਵਿੱਚ ਹੈ। ਜਦੋਂ ਸਿਰ ਦਾ ਅੰਦਰਲਾ ਪਾਸਾ ਠੀਕ ਹੋ ਗਿਆ, ਸਾਰਾ ਕੁਝ ਸਵਰਗ ਹੀ ਸਵਰਗ ਆ। ਬੜੀਆਂ ਗੱਲਾਂ ਲੰਬੀਆਂ ਚੌੜੀਆਂ ਦੀ ਲੋੜ ਕੋਈ ਨਹੀਂ। ਮਾਸਕ ਪਾਉਣਾ ਮੈਂਡੇਟੋਰੀ ਹੈ ਜੀ, 에ਅਰਪਲੇਨਸ, ਪਬਲਿਕ ਟਰਾਂਸਪੋਰਟੇਸ਼ਨਸ, ਬਟ USA ਦੇ ਵਿੱਚ ਇਸ ਨੂੰ ਚੱਕ ਦਿੱਤਾ ਗਿਆ, ਭਾਵ ਲਿਫਟਡ ਕੀਤਾ ਗਿਆ ਕਿ ਉੱਥੇ ਹੁਣ ਲੋੜ ਨਹੀਂ ਪਵੇਗੀ। ਬਿਲਕੁਲ ਅਰਸ਼ੇ ਨਾ ਕਾਫੀ ਜਿਹੜੀ ਸਖਤ ਵਰਡਿੰਗ ਆਏ ਕੋਰਟਸ ਵੱਲੋਂ ਉੱਥੇ ਆਉਣੀ ਸ਼ੁਰੂ ਹੋ ਗਈ ਸੀਗੀ। ਸਾਡੇ ਇੱਥੇ ਜਾਣੀ ਕਿ ਇਨਕਲੂਡਿੰਗ ਬਰੈਂਪਟਨ ਦਾ, ਅਜੇ ਬਰੈਂਪਟਨ ਟ੍ਰਾਂਜ਼ਿਟ ਨੇ ਵੀ ਇਹ ਐਡਵਾਈਜ਼ਰੀ ਇਸ਼ੂ ਕੀਤੀ ਹੋਈ ਆ ਸਾਰੇ ਰਾਈਡਰਸ ਵਾਸਤੇ, ਕਿ ਜਿਨ੍ਹਾਂ ਨੇ ਇੱਥੇ ਬਰੈਂਪਟਨ ਦੀਆਂ ਸਰਕਾਰੀ ਬੱਸਾਂ ਦੇ ਵਿੱਚ ਬਹਿਣਾ, ਬੱਸ ਟਰਮੀਨਲ ਤੇ, ਕਹਿ ਲਓ ਵੀ ਬੱਸ ਅੱਡੇ ਤੇ ਵੀ ਜਾਣਾ, ਤੇ ਉੱਥੇ ਵੀ ਮਾਸਕ ਜਿਹੜਾ ਜੀ ਵੀ ਅਜੇ ਉਹ ਪਾ ਕੇ ਰੱਖਣ ਨੂੰ ਕਹਿ ਰਹੇ ਆ। ਪਰ ਕੁੱਲ ਮਿਲਾ ਕੇ ਇਹ ਹੈ ਜੀ ਵੀ ਮਾਸਕ ਲਾਉਣ ਨੂੰ ਤੇ ਉਹ ਕਿਤੇ ਵੀ ਨਹੀਂ ਕਹਿ ਰਹੇ ਕਿਸੇ ਭੈਣ ਭਰਾ ਨੂੰ, ਕਿ ਜਿੱਦਾਂ ਪਹਿਲਾਂ ਕੋਵਿਡ ਕਰਕੇ ਅਰਸ਼ ਇਹ ਆ ਗਿਆ ਸੀਗਾ ਮੈਂਡੇਟ ਵੀ ਮਾਸਕ ਪਾਉਣਾ ਲਾਜ਼ਮੀ ਆ ਜੀ, ਨਹੀਂ ਤੇ ਜੁਰਮਾਨਾ ਹੋ ਜਾਊਗਾ ਵਗੈਰਾ। ਪਰ ਹੁਣ ਇਹ ਨੀਗਾ ਵੀ ਜੇ ਤੁਸੀਂ ਮਾਸਕ ਪਾਇਆ ਹੋਇਆ ਤੇ ਫੇਰ ਜੁਰਮਾਨਾ ਹੋ ਜਾਊਗਾ। ਹੁਣ ਇਹ ਨਹੀਂ ਕਿਹਾ ਜਾ ਰਿਹਾ, ਇਹ ਕਿਹਾ ਜਾ ਰਿਹਾ ਵੀ ਹੁਣ ਮਰਜ਼ੀ ਆ, ਜਿਹੜੇ ਭੈਣ ਭਰਾ ਨੂੰ ਲੱਗੇ ਵੀ ਇਹ ਮੇਰੀ ਸੇਫਟੀ ਦੇ ਹਿੱਤ ਵਿੱਚ ਆ ਵੀ ਮੈਂ ਮਾਸਕ ਪਾ ਕੇ ਰੱਖਾਂ, ਉਹ ਪਾ ਕੇ ਰੱਖ ਸਕਦੇ ਆ, ਵੈਲਕਮ। ਪਰ ਜਿਹੜਾ ਮੈਂਡੇਟ ਸੀਗਾ ਵੀ ਇਨਫੋਰਸ ਕੀਤਾ ਜਾਂਦਾ ਸੀਗਾ ਏਅਰਲਾਈਨਸ ਵੱਲੋਂ ਜਾਂ ਬਾਕੀ ਥਾਵਾਂ ਤੇ ਕਿ ਵੀ ਜ਼ਰੂਰ ਪਾ ਕੇ ਰੱਖਣਾ ਜੀ, ਉਹ ਅਮਰੀਕਾ ਦੇ ਵਿੱਚ ਅੱਜ ਖਤਮ ਕੀਤਾ ਗਿਆ। ਸੋ ਹੁਣ ਇਹ ਸਾਰੇ ਨਾ ਸਮਝ ਲਿਆ ਜਾਵੇ, ਸਾਡੇ ਤੇ ਕੈਨੇਡਾ 'ਚ ਬਾਅਦ 'ਚ ਫੋਲੋ ਕਰਦੇ ਹੁੰਦੇ ਆ, ਅਜੇ ਵੇਟ ਕਰਨੀ ਪੈਣੀ ਥੋੜ੍ਹੀ। ਪਰ ਅਮਰੀਕਾ ਦੇ ਵਿੱਚ ਜਾਣੀ ਇਹ ਜਿਸ ਤਰ੍ਹਾਂ ਤੁਸੀਂ ਅਰਸ਼ ਦੱਸਿਆ ਵੀ ਪਬਲਿਕ ਟਰਾਂਸਪੋਰਟ ਖਾਸ ਤੌਰ ਤੇ ਜਿਹੜੀਆਂ ਬੱਸਾਂ ਆ ਜਾਂ ਰੇਲ ਗੱਡੀਆਂ ਆ, ਜਹਾਜ਼ਾਂ ਦੇ ਵਿੱਚ ਲੋਕਾਂ ਦੇ ਵੱਲੋਂ ਕਾਫੀ ਚੈਲੰਜਸ ਸੀਗੇ,
ਤੇ ਵੀ ਉੱਥੇ ਜਿਹੜਾ ਮਾਸਕ ਹੁਣ ਇਹ ਆ ਵੀ ਆਪਣੀ ਮਰਜ਼ੀ ਨਾਲ ਜਿਹਨਾਂ ਨੇ ਪਾ ਕੇ ਰੱਖਣਾ ਵੈਲਕਮ, ਪਰ ਉਹ ਜ਼ਬਰਦਸਤੀ ਨਹੀਂ ਪਾਇਆ ਜਾਊਗਾ। ਇਹ ਬਕਾਇਦਾ ਤੌਰ ਤੇ ਵਾਈਟ ਹਾਊਸ ਤੋਂ ਵੀ ਅੱਜ ਐਡਵਾਈਜ਼ਰੀ ਜਿਹੜੀ ਰਿਲੀਜ਼ ਹੋ ਗਈ ਹੈ। 18 ਮਾਰਚ ਤੋਂ OTDA ਭਾਵ ਓਨਟਾਰੀਓ ਡੰਪ ਟਰੱਕ ਐਸੋਸੀਏਸ਼ਨ ਹਾਲੇ ਵੀ ਪ੍ਰੋਟੈਸਟ ਕਰ ਰਹੀ ਹੈ ਜੀ ਮਿਸਿਸਾਗਾ ਦੇ ਵਿੱਚ। ਤਕਰੀਬਨ ਦੇਖਿਆ ਜਾਵੇ ਤਾਂ ਦਿਨ ਦਾ $100 ਉਹ ਲੂਜ਼ ਕਰ ਰਹੇ ਨੇ ਜੀ ਜੌਲ ਸਾਹਿਬ, ਤੇ ਹਾਲੇ ਵੀ ਡਟੇ ਹੋਏ ਨੇ। ਤੇ ਕਈ ਟਰੱਕਸ ਤਾਂ ਕਹਿ ਲਓ ਕਿ ਅਪ ਟੂ $200 ਪਰ ਡੇ ਵੀ ਕਮਾ ਸਕਦੇ ਨੇ ਅਗਰ ਉਹ ਆਪਣੇ ਜੌਬਸ ਦੇ ਉੱਤੇ ਲੱਗੇ ਹੋਣ। ਪਰੰਤੂ ਦੇਖਿਆ ਕਿ ਗੁਰੂ ਘਰ ਦੇ ਬਾਹਰ, ਡਿਕਸੀ ਗੁਰੂ ਘਰ ਦੇ ਬਾਹਰ ਕਾਫੀ ਵੱਡੀ ਤਾਦਾਦ ਦੇ ਵਿੱਚ ਜਿੱਥੇ ਟਰੱਕਸ ਪਾਰਕ ਕੀਤੇ ਗਏ ਨੇ। ਕੀ ਗੱਲ ਹੋ ਰਹੀ ਹੈ ਜੀ? ਕੀ ਕਿੱਥੋਂ ਤੱਕ ਨਤੀਜਾ ਪਹੁੰਚਿਆ ਹੋਇਆ? ਕੋਈ ਪਹੁੰਚਿਆ ਵੀ ਹੈ ਕਿ ਨਹੀਂ, ਕਿ ਹਾਲੇ ਤੱਕ ਡਟੇ ਹੋਏ ਨੇ? ਦੇਖੋ ਜੀ ਵੀ ਇਹ ਓਨਟਾਰੀਓ ਡੰਪ ਟਰੱਕਿੰਗ ਐਸੋਸੀਏਸ਼ਨ ਆ ਜੀ, ਵੀ ਬਕਾਇਦਾ ਕਾਫੀ ਉਹਨਾਂ ਦੇ ਜਿਹੜੀ ਮੈਂਬਰਸ਼ਿਪ ਆ, ਲੀਡਰਸ਼ਿਪ ਹੈ, ਉਹ ਸਟਰਗਲ ਕਰ ਰਹੇ ਆ। ਪਿਛਲਾ ਦੇਖੋ ਵੀ 1 ਮਹੀਨਾ ਹੋ ਗਿਆ, 18 ਮਾਰਚ, ਉਸ ਤੋਂ ਬਾਅਦ ਹੁਣ 19 ਅਪ੍ਰੈਲ ਹੋ ਗਈ। ਪਰ ਉਹਨਾਂ ਦਾ ਜਿਹੜਾ ਐਕਸ਼ਨ ਹੈ ਜੀ ਵੀ ਉਹ ਆਪਣੀਆਂ ਡਿਮਾਂਡਸ ਦੀ ਸਪੋਰਟ ਦੇ ਵਿੱਚ ਅਜੇ ਵੀ ਲਗਾਤਾਰਤਾ ਦੇ ਨਾਲ ਜਾਰੀ ਆ ਜੀ। ਤੇ ਜਿਹੜੇ ਇਹ ODTA ਦੇ ਲੀਡਰਸ਼ਿਪ ਆ ਅਰਸ਼ ਵੀ ਉਹ ਲਗਾਤਾਰ ਜਦੋਂ ਗੱਲਬਾਤ ਹੁੰਦੀ ਆ ਸੰਪਰਕ 'ਚ ਰਹਿੰਦੇ ਨੇ। ਸੰਡੇ ਨੂੰ ਓਨਟਾਰੀਓ ਖਾਲਸਾ ਦਰਬਾਰ ਉਹਨਾਂ ਨੇ ਮੀਟਿੰਗ ਵੀ ਰੱਖੀ ਹੋਈ ਸੀਗੀ, ਜਿਹਦੇ ਵਿੱਚ ਕਮਿਊਨਿਟੀ ਦੇ ਇਲੈਕਟਡ ਅਫੀਸ਼ੀਅਲ ਵੀ ਪਹੁੰਚੇ, ਕਾਫੀ ਵੱਡੀ ਤਾਦਾਦ ਦੇ ਵਿੱਚ ਉੱਥੇ ਟਰੱਕਰਸ ਪਹੁੰਚੇ। ਇਸ ਤਰ੍ਹਾਂ ਆ ਜੀ ਵੀ ਉਹ ਜੇ ਤਾਂ ਕੰਮ ਕਰਦੇ ਆ ਨਾ ਅਰਸ਼, ਵੀ ਜੇ ਉਹ ਫਰਜ਼ ਕਰੋ ਵੀ ਆਪਣੀ ਸ਼ਿਫਟ ਤੇ ਜਾਣਗੇ, ਸਵੇਰੇ ਆਪਣਾ ਟਰੱਕ ਵੀ ਲੈ ਜਾਣਗੇ, ਆਪਣੇ ਜਲ ਪਾਣੀ ਪ੍ਰਸ਼ਾਦਾ ਪਾਣੀ ਵੀ ਘਰੋਂ ਕਈ ਵਾਰੀ ਪ੍ਰਬੰਧ ਕਰਕੇ ਵੀ ਜਾਂਦੇ ਨੇ ਭੈਣ ਭਰਾ, ਤੇ ਸਾਰੇ ਦਿਨ ਦੀ ਸ਼ਿਫਟ ਹੈ ਜੀ। ਉਹ ਸ਼ਿਫਟ ਲਾ ਕੇ ਜਦੋਂ ਵਾਪਸ ਆਉਣਾ ਤੇ ਫਿਰ ਹਿਸਾਬ ਕਿਤਾਬ ਕਰਨਾ ਵੀ ਮੈਂ ਕੀ ਖੱਟ ਕੇ ਲਿਆਂਦਾ ਹੈ ਜੀ। ਵੀ ਆਪਾਂ ਖੱਟਣ ਗਏ ਸੀ ਤੇ ਕੀ ਖੱਟ ਕੇ ਲਿਆਂਦਾ, ਤੇ ਫਿਰ ਦੇਖਿਆ ਜਾਂਦਾ ਵੀ ਖੱਟ ਕੇ ਕੀ ਲਿਆਉਣਾ ਸੀ, ਆਪਾਂ ਤੇ $100 ਦਾ ਘਾਟਾ ਪਾ ਕੇ ਆ ਗਏ। ਅੱਛਾ, ਤੇ ਹੁਣ ਜੇ ਪਰ ਉਹ ਖੜੇ ਆ, ਦੇਖੋ $100 ਦਾ ਘਾਟਾ ਪਾ ਕੇ ਆ ਗਏ ਤੇ ਟਰੱਕ ਵੀ ਸਾਰਾ ਦਿਨ ਭੰਨੀ ਗਏ, ਜਿੱਥੇ ਕਿ ਵੱਡੀ ਇਨਵੈਸਟਮੈਂਟ ਕੀਤੀ ਆ, ਉਹਦੀ ਮੌਰਗੇਜ ਦੇਣੀ ਹੈ ਤੇ ਹੋਰ ਸਭ ਕੁਛ ਹੈ ਜੀ। ਪਰ ਹੁਣ ਜੇ ਉਹ ਖੜੇ ਆ ਪਾਰਕ ਕੀਤਾ ਹੋਇਆ ਤੇ ਫਿਰ ਘਾਟਾ ਉਹਨਾਂ ਨੂੰ $200 ਪਰ ਡੇ ਦਾ ਜਿਹੜਾ ਪੈ ਰਿਹਾ ਹਨਾ। ਵੀ ਜੇ ਕੰਮ ਤੇ ਜਾਂਦੇ ਆ ਤੇ ਘਾਟਾ $100 ਦਾ ਆ, ਤੇ ਜੇ ਰੁਕੇ ਹੋਏ ਆ ਤੇ ਫਿਰ ਘਾਟਾ $200 ਦਾ ਆ। ਘਾਟਾ ਜਾਣੀ ਕਿ ਹੈਗਾ ਹੀ ਆ, ਪਰ ਰੁਕੇ ਰਹਿਣ ਦੇ ਵਿੱਚ ਘੱਟੋ ਘੱਟ ਟਰੱਕ ਦੀ ਭੱਜ ਟੁੱਟ ਤੇ ਬਚੀ ਹੋਈ ਆ ਨਾ। ਸੋ ਇਸ ਕਰਕੇ ਇਹ ਆ ਜੀ ਵੀ ਉਹਨਾਂ ਦੀਆਂ ਅੱਜ ਦੇ ਇਸ ਫਿਊਲ ਦੀਆਂ ਪ੍ਰਾਈਸਿਸ ਤੇ ਹੋਰ ਸਭ ਕੁਝ ਤੁਸੀਂ ਦੇਖ ਲਓ ਵੀ ਕੋਵਿਡ ਦੇ ਵਿੱਚ ਸਾਰਾ ਕੁਝ ਸਕਾਈ ਰੌਕਟਿੰਗ ਹੋ ਗਿਆ, ਤੇ ਪਰ ਉਹਨਾਂ ਦੀਆਂ ਜਿਹੜੀਆਂ ਵੇਜਸ ਨੇ ਜਾਂ ਫਿਰ ਕਹਿ ਲਓ ਜਿਹੜੇ ਕਿ ਉਹਨਾਂ ਨੂੰ ਲੋਡ ਦੀਆਂ ਪ੍ਰਾਈਸਿਸ ਮਿਲਦੀਆਂ ਨੇ, ਉਹਦੇ ਵਿੱਚ ਕਾਫੀ ਉਹਨਾਂ ਦੀ ਸਟਰਗਲ ਹੈ। ਉਹਦੇ ਵਿੱਚ ਕੁਝ ਕੰਪਨੀਆਂ ਉਹਨਾਂ ਦੇ ਨਾਲ ਹਮਦਰਦੀ ਵਾਲਾ ਵਤੀਰਾ ਕਰਦੇ ਨੇ, ਕੁਝ ਕਾਫੀ ਸਖਤੀ ਵਾਲਾ ਵੀ ਨੇ। ਤੇ ਹੁਣ ਪਿਛਲੇ ਕਾਫੀ ਲੰਬੇ ਸਮੇਂ ਤੋਂ ਵੈਸੇ ਟਾਈਮ ਟੂ ਟਾਈਮ ਇਹਨਾਂ ਦਾ ਆਉਂਦਾ ਹੀ ਰਹਿੰਦਾ ਵੀ ਐਕਸ਼ਨ ਚੱਲ ਰਿਹਾ ਜੀ, ਪਰ ਉਹ ਫਿਰ ਥੋੜੇ ਸਮੇਂ ਲਈ ਉਹ ਰਿਜ਼ੋਲਵ ਹੋ ਜਾਂਦਾ, ਮੁੜ ਕੇ ਫਿਰ ਜਿਹੜੇ ਰੇਟਸ ਦਾ ਜਿਹੜਾ ਇਹ ਕਹਿ ਲਓ ਕਿ ਕਨਫਲਿਕਟ ਆ ਉਹ ਸ਼ੁਰੂ ਹੋ ਜਾਂਦਾ। ਪਰ ਹੁਣ ਉਹ ਕਹਿ ਰਹੇ ਵੀ ਅਸੀਂ ਜਦੋਂ ਵੀ ਇਹ ਸਟ੍ਰਾਈਕ ਆਪਣਾ ਐਕਸ਼ਨ ਖਤਮ ਕਰਨਾ ਆ, ਉਸ ਤੋਂ ਪਹਿਲਾਂ ਕੋਈ ਇੱਕ ਫੰਕਸ਼ਨਲ ਜਾਣੀ ਕਿ ਕੋਈ ਵਰਕੇਬਲ ਜਿਹੜਾ ਹੈ ਜੀ ਕੰਟਰੈਕਟ ਕਰਨਾ ਆ, ਤਾਂ ਕਿ ਇਹ ਘੜੀ ਨਾ ਉਹਨਾਂ ਨੂੰ ਇਸ ਤਰ੍ਹਾਂ ਦੇ ਐਕਸ਼ਨ ਜਿਹੜੇ ਆ ਉਹ ਕਰਨੇ ਪੈਣ ਜੀ। ਕੁੱਲ ਮਿਲਾ ਕੇ ਜਾਣੀ ਕਿ ਉਹਨਾਂ ਦੀ ਜਿਹੜੀ ਸਟਰਗਲ ਹੈ ਜੀ ਵੀ ਹਾਲ ਦੀ ਘੜੀ ਇਹ ਜਾਰੀ ਹੈ। ਓਨਟਾਰੀਓ ਖਾਲਸਾ ਦਰਬਾਰ ਦੀ ਪਾਰਕਿੰਗ ਲੋਟ ਤੇ ਭਰੀ ਪਈ ਆ ਡੰਪ ਟਰੱਕਰਸ ਦੇ ਨਾਲ। ਸੋ ਪੂਰੇ ਮਹੀਨੇ ਤੋਂ ਵੀ ਕਹਿ ਲਓ ਹੁਣ ਉੱਤੇ ਜਿਹੜਾ ਸੈਕੰਡ ਮੰਥ ਦੇ ਵਿੱਚ ਉਹਨਾਂ ਦਾ ਐਕਸ਼ਨ ਆ ਜਿਹੜਾ ਦਾਖਲ ਹੋ ਚੁੱਕਾ ਜੀ। ਗੱਲਬਾਤ ਕਰੇ ਸੀ ਜੀ ਪਾਸਪੋਰਟ ਨੂੰ ਲੈ ਕੇ, ਤਾਂ ਜੌਲ ਸਾਹਿਬ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜੇ ਰਿਨਿਊਅਲਸ ਨੇ ਉਹ ਕਾਫੀ ਚੈਲੰਜਿੰਗ ਹੋ ਚੁੱਕੇ ਨੇ ਪਾਸਪੋਰਟਸ ਦੇ ਵਾਸਤੇ, ਸਪੈਸ਼ਲੀ GTA ਦੇ ਵਿੱਚ ਬਹੁਤ ਲੰਬੀਆਂ ਲਾਈਨਾਂ ਤੇ ਬਹੁਤ ਲੰਬੀਆਂ ਆਵਰਸ ਲਈ ਵੇਟ ਕਰਨਾ ਪੈ ਰਿਹਾ ਜੀ, ਈਵਨ ਫॉर ਕੈਨੇਡੀਅਨ ਪਾਸਪੋਰਟ ਰਿਨਿਊਅਲ। ਯੈਸ, ਬਿਲਕੁਲ ਇੰਡੀਅਨ ਪਾਸਪੋਰਟ ਰਿਨਿਊਅਲ ਦੀ ਵੀ ਸਿਚੁਏਸ਼ਨ ਇਹੀ ਆ, ਜਾਂ ਵੀਜ਼ਾ ਦੇਣਾ ਹੋਵੇਗਾ ਉਹ ਸਭ ਕੁਝ, ਤੇ ਹੁਣ ਕੈਨੇਡੀਅਨ ਪਾਸਪੋਰਟ ਦੀ ਵੀ ਉਹੀ ਦੱਸੀ ਜਾ ਰਹੀ ਆ ਜੀ। ਅੱਛਾ, ਹੁਣ ਇਹ ਆ ਜੀ ਵੀ ਕੈਨੇਡੀਅਨ ਪਾਸਪੋਰਟ ਜੇ ਕਿਸੇ ਨੇ ਜਾਣੀ ਲੈਣਾ, ਨਵਾਂ ਰਿਨਿਊ ਅਪਲਾਈ ਕਰਨਾ ਵਗੈਰਾ, ਮਤਲਬ ਆਫਿਸ ਚੋਂ ਸਰਵਿਸ ਲੈਣੀ ਆ, ਤੇ ਸਭ ਤੋਂ ਪਹਿਲਾਂ ਵੇਟ ਕਰਨੀ ਪੈਣੀ ਆ, ਲੰਬੀ ਲਾਈਨ ਲੱਗਦੀ ਆ ਜੀ। ਬਹੁਤ ਵਾਰ ਜਾਣੀ ਇਹ ਹੁੰਦਾ ਵੀ ਟੋਰੰਟੋ ਦੇ ਜਿਹੜੇ ਪਾਸਪੋਰਟ ਆਫਿਸ ਹੈਗੇ ਆ ਉਹਨਾਂ ਦੇ ਬਾਹਰ ਏਡੀ ਲੰਬੀ ਅਰਸ਼ ਲਾਈਨ ਲੱਗ ਜਾਂਦੀ ਆ ਵੀ ਕੈਨ ਯੂ ਇਮੈਜਿਨ ਵੀ ਬਹੁਤ ਸਾਰੇ ਲੋਕਾਂ ਨੂੰ 9 ਘੰਟੇ ਵੇਟ ਕਰਨਾ ਪਿਆ ਲਾਈਨ ਦੇ ਵਿੱਚ, 9 ਘੰਟੇ। ਅੱਛਾ, 9 ਘੰਟੇ ਵੇਟ ਕਰਕੇ ਇੰਨੀ ਲੰਬੀ ਇੰਤਜ਼ਾਰ ਕਰ ਲਓ ਵੀ ਸਾਰੇ ਦਿਨ ਦੀ ਕਰਕੇ ਜਦੋਂ ਵਾਰੀ ਆਈ ਤੇ ਉਹ ਕਹਿੰਦੇ ਜੀ ਵੀ ਹੁਣ ਤਾਂ ਆਪਾਂ ਬੰਦ ਹੋ ਗਏ, ਹੁਣ ਤੁਸੀਂ ਜਾਓ ਤੇ ਫਿਰ ਕੱਲ ਨੂੰ ਆ ਜਾਇਓ। ਜਾਣੀ ਇੱਦਾਂ ਕਈ ਲੋਕਾਂ ਨੂੰ 3 ਵਾਰੀ ਕਰਨਾ ਪੈ ਰਿਹਾ ਵੀ ਜੇ ਉਹਨਾਂ ਨੇ ਇਨ ਪਰਸਨ ਆਪਣਾ ਪਾਸਪੋਰਟ ਜਿਹੜਾ ਜੀ ਅਪਲਾਈ ਕਰਨਾ। ਤੇ ਪਰ ਜਾਣੀ ਹੁਣ ਅੰਦਰ ਵੀ ਸਟਾਫ ਦੀ ਵੀ ਕਾਫੀ ਕਹਿੰਦੇ ਜੀ ਘਾਟ ਆ ਵੀ ਉਹ
1 ਘੰਟੇ 'ਚ ਮਸੀਂ 10 ਜਿਹੜੀਆਂ ਐਪਲੀਕੇਸ਼ਨਸ ਆ ਉਹ ਐਪਲੀਕੈਂਟਸ ਆ ਉਹਨਾਂ ਨੂੰ ਪ੍ਰੋਸੈਸ ਕਰ ਸਕਦੇ ਆ 1 ਘੰਟੇ ਦੇ ਵਿੱਚ, ਹੈ ਨਾ। ਤੇ ਹੁਣ ਇਮੈਜਿਨ ਕੀਤਾ ਜਾ ਸਕਦਾ ਵੀ ਪੂਰੀ ਸ਼ਿਫਟ ਦੇ ਵਿੱਚ ਕਿੰਨੇ ਕੁ ਕਰ ਲੈਣਗੇ ਸਾਰੇ ਦਿਨ ਦੇ ਵਿੱਚ, ਜੇ ਸੈਂਕੜੇ ਦੀ ਤਾਦਾਦ ਦੇ ਵਿੱਚ ਲੋਕ ਜਿਹੜੇ ਆ ਉਹ ਲਾਈਨਾਂ ਦੇ ਵਿੱਚ ਲੱਗੇ ਹੋਏ ਆ ਜੀ। ਸੋ ਇਸ ਕਰਕੇ ਇਹ ਆ ਜੀ ਵੀ ਇਹ ਸਟਾਫ ਦੀ ਸ਼ਾਰਟੇਜ ਵੀ ਹੈ, ਕੋਵਿਡ ਦਾ ਬਹਾਨਾ ਵੀ ਹੈ, ਅਜੇ ਤੱਕ ਜਾਣੀ ਬਾਕੀ ਸਭ ਕੁਝ ਕਿ ਬੈਕ ਟੂ ਨੋਰਮਲ ਹੋਇਆ ਲੱਗਦਾ ਵੀ ਆ। ਤੇ ਸਰਕਾਰੀ ਸਟਾਫ ਨੂੰ ਜਾਣੀ ਪਤਾ ਨਹੀਂ ਕਿਹੜੀ ਗੱਲ ਦਾ ਡਰ ਲੱਗਦਾ ਵੀ ਅਜੇ ਵੀ ਉਹ ਘਰੋਂ ਹੀ ਕੰਮ ਜਾਣੀ ਮੈਜੋਰਿਟੀ ਦੇ ਵਿੱਚ ਕੀਤੇ ਜਾ ਰਹੇ ਆ ਜੀ। ਤੇ ਉਹਨਾਂ ਨੂੰ ਬਾਹਰ ਨਿਕਲਣ ਦੇ ਵਿੱਚ ਕਿਹੜੀ ਐਡੀ, ਬਾਕੀ ਸਾਰੀ ਦੁਨੀਆ ਹੁਣ ਤੁਹਾਨੂੰ ਪਤਾ ਵੀ ਆ ਜਾ ਰਹੇ ਆ, ਵੀ ਉਹ ਹਜੇ ਦਫ਼ਤਰ ਨਹੀਂ ਜਾ ਸਕਦੇ ਵੀ ਕੋਵਿਡ ਦਾ ਉੱਥੇ ਕੋਈ ਬਾਹਲਾ ਜਾਂ ਤੇ ਖਤਰਾ ਆ, ਆਈ ਡੋਂਟ ਨੋ। ਤੇ ਕੁੱਲ ਮਿਲਾ ਕੇ ਇਹ ਹੈ ਵੀ ਚਲੋ ਬੈਕ ਟੂ ਨੋਰਮਲ ਉਹ ਹੌਲੀ ਹੌਲੀ ਹੁਣ ਹੁੰਦਾ ਜਾਊਗਾ ਲੱਗ ਰਿਹਾ। ਪਰ ਇਹ ਆ ਜੀ ਵੀ ਬਹੁਤ ਸਾਰੇ ਜਿਹੜਾ ਜਾਣੀ ਬਰੈਂਪਟਨ ਦਾ ਜਿਹੜਾ ਹੈਗਾ ਨਾ ਪਾਸਪੋਰਟ ਆਫਿਸ ਇੱਕੋ ਹੀ ਤੇ ਹੈਗਾ ਬਰੈਂਪਟਨ ਦੇ ਵਿੱਚ, ਪਰ ਉਹ ਜਾਣੀ ਇਨ ਪਰਸਨ ਸਰਵਿਸ ਵਾਸਤੇ ਖੁੱਲੇ ਨਹੀਂ ਗਏ ਜੀ। ਤੇ ਪਾਸਪੋਰਟ ਰਿਨਿਊ ਕਰਾਉਣਾ ਤੇ ਉਹ ਜਾਣੀ ਇੰਸਟਰਕਸ਼ਨਸ ਇਹ ਆ ਲੋਕਾਂ ਵਾਸਤੇ ਵੀ ਤੁਸੀਂ ਆਪਣੀ ਅਪੁਆਇੰਟਮੈਂਟ ਬਣਾ ਕੇ ਜਾਣਾ। ਅੱਛਾ ਜੀ, ਅਪੁਆਇੰਟਮੈਂਟ ਹੁਣ ਬਰੈਂਪਟਨ ਦੇ ਵਿੱਚੋਂ ਕਿਸੇ ਨੇ ਜਾਣਾ ਹੋਵੇ ਪਾਸਪੋਰਟ ਅਪਲਾਈ ਕਰਨ, ਤੇ ਬਰੈਂਪਟਨ 'ਚ ਤਾਂ ਇਨ ਪਰਸਨ ਸਰਵਿਸ ਹੀ ਹੈ ਨਹੀਂ। ਤੇ ਨੀਅਰੈਸਟ ਜਿਹੜਾ ਪਾਸਪੋਰਟ ਦੀ ਉਹ ਸਰਵਿਸ ਕੈਨੇਡਾ ਤੁਹਾਨੂੰ ਦਊਗੇ ਉਹ ਮਾਲਟਨ ਦੇ ਵਿੱਚ ਆ। ਤੇ ਮਾਲਟਨ 'ਚ ਜੇ ਤੁਸੀਂ ਅੱਜ ਅਪੁਆਇੰਟਮੈਂਟ ਬਣਾਓ ਤੇ ਉਹ ਜੂਨ ਦੀ ਦੇ ਰਹੇ ਤੁਹਾਨੂੰ, ਜੂਨ ਦੀ। ਸੋ ਇਸ ਕਰਕੇ ਇਹ ਹੈ ਜੀ ਵੀ ਪਾਸਪੋਰਟ ਰਿਨਿਊ ਕਰਾਉਣਾ ਕੈਨੇਡਾ ਦਾ ਜਾਂ ਨਵਾਂ ਲੈਣਾ ਜਾਣੀ ਕਾਫੀ ਵੱਡਾ ਚੈਲੰਜ ਬਣਿਆ ਹੋਇਆ, ਭਾਵੇਂ ਕਿ ਉਹਨਾਂ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਆ ਵੀ ਤੁਸੀਂ ਕੋਰੀਅਰ ਦੇ ਰਾਹੀਂ, ਡਾਕ ਰਾਹੀਂ ਐਪਲੀਕੇਸ਼ਨ ਭੇਜ ਦਿਓ ਜੀ, ਤੇ ਤੁਹਾਨੂੰ ਜਿਹੜਾ ਸਿਸਟਮ ਦੇ ਵਿੱਚ ਪਾਸਪੋਰਟ ਬਣ ਕੇ ਘਰੇ ਡਾਕ ਰਾਹੀਂ ਆ ਜਾਊਗਾ ਜੀ। ਪਰ ਉਹਦੇ ਵਿੱਚ ਹਰ ਤਰ੍ਹਾਂ ਦੇ ਜਿਹੜੇ ਜੀ ਵੀ ਆਪਣੇ ਦਿਲ ਦੇ ਸਭ ਤੋਂ ਕਰੀਬ ਹੁੰਦੇ ਆ ਇਹ ਡਾਕੂਮੈਂਟ, ਪਾਸਪੋਰਟ ਹੋਵੇ, ਬਰਥ ਸਰਟੀਫਿਕੇਟ ਹੋਵੇ, ਜਾਂ ਇਸ ਤਰ੍ਹਾਂ ਦੇ ਸਾਰੇ ਜਿਹੜੇ ਵੀ ਡਾਕੂਮੈਂਟਸ ਹੈਗੇ ਆ ਵੀ ਜਿਨ੍ਹਾਂ ਤੋਂ ਬਿਨਾਂ ਜ਼ਿੰਦਗੀ ਜਿਹੜੀ ਅੱਜ ਵੀ ਅਧੂਰੀ ਰਹਿੰਦੀ, ਕਿਤੇ ਨਾ ਕਿਤੇ ਉਹਨਾਂ ਦੀ ਜ਼ਰੂਰਤ ਪੈਂਦੀ ਰਹਿੰਦੀ ਹੈ। ਇੱਕ ਵਾਰ ਉਹ ਗਵਾਚ ਜਾਣ ਤੇ ਉਹਨਾਂ ਨੂੰ ਦੁਬਾਰਾ ਮਤਲਬ ਬਣਾਉਣਾ, ਤਿਆਰ ਕਰਨਾ ਇੱਕ ਵੱਡਾ ਚੈਲੰਜ ਲਾਈਫ ਦਾ ਸ਼ੁਰੂ ਹੋ ਜਾਂਦਾ। ਸੋ ਲੋਕ ਡਾਕ ਰਾਹੀਂ ਭੇਜਣ ਤੋਂ ਝਿਜਕਦੇ ਹੁੰਦੇ ਆਪਣੇ ਇਸ ਤਰ੍ਹਾਂ ਦੇ ਡਾਕੂਮੈਂਟਸ ਨੂੰ ਵੀ ਮੈਂ ਇਨ ਪਰਸਨ ਜਾਵਾਂ, ਉੱਥੇ ਪਰਸਨਲ ਫੜਾਇਆ ਵਾਂ ਤੇ ਉੱਥੋਂ ਹੀ ਜਾ ਕੇ ਪਿਕਅਪ ਕਰਿਆ ਵਾਂ ਤੇ ਸਭ ਤੋਂ ਸੇਫ ਆ। ਤੇ ਉਹ ਕੋਰੀਅਰ ਵਾਲੇ ਵੀ ਕਈ ਵਾਰੀ ਜਾਣੀ ਆਪਣੇ ਚ ਤੋਂ ਉੱਥੇ ਦਰਵਾਜ਼ੇ ਮੂਹਰੇ ਸੁੱਟ ਕੇ ਚਲੇ ਜਾਣਾ ਵੀ ਜੇ ਤੇ ਵਿਅਕਤੀ ਨੂੰ ਪਤਾ ਲੱਗ ਲਿਆ ਤੇ ਚੁੱਕ ਲੈਣਗੇ, ਨਹੀਂ ਤੇ ਕੋਈ ਹੋਰ ਚੁੱਕ ਲਿਆ ਜਾਂ ਡੈਮੇਜ ਹੋ ਗਿਆ ਵਗੈਰਾ ਵਗੈਰਾ। ਸੋ ਡਾਕ ਰਾਹੀਂ ਇਸ ਤਰ੍ਹਾਂ ਦੇ ਲੋਕਾਂ ਦੇ ਕੰਸਰਨਸ ਆ ਜਿਹੜੇ ਜੀ ਵੀ ਜ਼ਰੂਰ ਹੈਗੇ ਆ। ਪਰ ਹਾਲ ਦੀ ਘੜੀ ਜਿਹੜਾ ਜੀ ਵੀ ਡਾਕ ਰਾਹੀਂ, ਕੋਰੀਅਰ ਰਾਹੀਂ ਇਹ ਜਿਹੜਾ ਬੈਟਰ ਵਰਕ ਕਰ ਰਿਹਾ ਸਿਸਟਮ, ਐਜ਼ ਲੌਂਗ ਐਜ਼ ਕੋਈ ਬੈਕ ਟੂ ਆਫਿਸ ਜਿਹੜਾ ਜੀ ਵੀ ਇਹ ਵਰਕ ਕਲਚਰ ਦੁਬਾਰਾ ਸ਼ੁਰੂ ਹੋ ਨਹੀਂ ਜਾਂਦਾ। ਕੋਵਿਡ ਦੀ ਇਹ ਸਿਚੁਏਸ਼ਨ ਹੁਣ ਤੇ ਸਰਕਾਰੀ ਦਫ਼ਤਰਾਂ ਦੇ ਵਿੱਚ ਵੀ ਕਹਿ ਲਓ ਕਿ ਨੋਰਮਲ ਨਹੀਂ ਕਰ ਦਿੱਤਾ ਜਾਂਦਾ, ਪਰ ਲੋਕਾਂ ਦੀ ਸਮਝ ਤੋਂ ਬਾਹਰ ਆ ਵੀ ਜੇ ਦੁਨੀਆ ਬਾਕੀ ਸਾਰੀ ਹੁਣ ਬੈਕ ਟੂ ਨੋਰਮਲ ਆ ਤੇ ਸਰਕਾਰੀ ਦਫ਼ਤਰਾਂ ਦੇ ਵਿੱਚ ਭਾਵੇਂ ਇਹ ਫੈਡਰਲ ਗਵਰਨਮੈਂਟ ਦੇ ਹੋਣ, ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਹੋਣ, ਮਿਊਨਿਸਪਲ ਇੱਥੇ ਬਰੈਂਪਟਨ ਦੇ ਵੀ ਹੋਣ ਜਾਂ ਦੂਜੇ ਆ ਰੀਜਨਲ ਪੀਲ ਦੇ ਵੀ ਹੋਣ, ਤੇ ਇਹਨਾਂ ਨੂੰ ਜਾਣੀ ਘਰਾਂ ਤੋਂ ਹੀ ਹਜੇ ਕੰਮ ਕਰਨਾ ਹੈ ਵੀ ਕਾਹਦਾ ਇਹਨਾਂ ਨੂੰ ਆਪਣੇ ਦਫ਼ਤਰ 'ਚ ਜਾਣ ਤੋਂ ਡਰ ਲੱਗ ਰਿਹਾ। ਬਾਕੀ ਤੁਸੀਂ ਅਗਰ ਆਪਣੇ ਦਫ਼ਤਰਾਂ 'ਚ ਆ ਜਾ ਰਹੀ ਹੈ, ਸਾਰੀਆਂ ਸ਼ਿਫਟਾਂ ਵੀ ਚੱਲ ਰਹੀਆਂ, ਆਲਮੋਸਟ ਲਾਈਕ ਬੈਕ ਟੂ ਨੋਰਮਲ ਹੈ ਜੀ। ਜੀ ਅਸੀਂ ਲੈਂਦੇ ਪਹਿਲੀ ਕਾਲ ਆਨ ਦੀ ਏਅਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ। ਜੀ ਮੈਂ ਜੌਨ ਸਾਹਿਬ ਨੂੰ ਪੁੱਛਣਾ ਸੀ ਵੀ ਜਿੱਦਾਂ ਸਿਟੀਜ਼ਨ ਬੰਦਾ ਆ ਵੀ ਕਿੰਨਾ ਚਿਰ ਆਪਣੇ ਇੰਡੀਆ ਰਹਿ ਸਕਦਾ ਤੇ ਕਿੰਨਾ ਚਿਰ ਫਿਰ ਬਾਅਦ ਚ ਪੈਨਸ਼ਨ ਕਿੱਦਾਂ ਮਿਲਦੀ ਆ? ਅੱਛਾ ਜੀ, ਬਹੁਤ ਮਿਹਰਬਾਨੀ। ਓਕੇ ਜੀ। ਦੇਖੋ, ਸਿਟੀਜ਼ਨ ਹੋਣ ਨਾਲ ਜਾਂ ਨਾ ਹੋਣ ਨਾਲ ਪੈਨਸ਼ਨ ਦਾ ਕੋਈ ਡਾਇਰੈਕਟ ਰਿਲੇਸ਼ਨਸ਼ਿਪ ਨਹੀਂ ਹੈਗਾ। ਉਹ ਤਾਂ ਜੇ ਤੁਸੀਂ ਇੱਥੇ ਸਰਟਨ ਪੀਰੀਅਡ ਆਫ ਟਾਈਮ ਦੀ ਤੁਹਾਡੀ ਰੈਜ਼ੀਡੈਂਸੀ ਹੋ ਗਈ ਵਿਦ ਇਨ ਕੈਨੇਡਾ, 10 ਸਾਲ ਜਿਹੜੇ ਰੱਖੇ ਹੋਏ ਆ ਉਹ ਇਸ ਵਾਸਤੇ ਵੀ ਤੁਸੀਂ ਉਹ ਅਪਲਾਈ ਕਰ ਸਕਦੇ ਆ 65 ਈਅਰਸ ਦੀ ਏਜ ਤੋਂ ਬਾਅਦ। ਤੇ ਦੂਸਰਾ ਉਹਨੂੰ ਕੰਟੀਨਿਊ ਰੱਖਣ ਲਈ ਨੈਚੁਰਲੀ ਫਿਰ ਕੈਨੇਡਾ ਵਿੱਚ 6 ਮਹੀਨੇ ਐਟਲੀਸਟ ਸਾਲ ਦੇ ਵਿੱਚ ਰਹਿਣਾ ਜ਼ਰੂਰੀ ਹੁੰਦਾ। ਪਰ ਉਹਦੇ ਲਈ ਆਪਾਂ ਜੋ ਸਿਸਟਮ ਅਪਣਾਇਆ, ਆਪਾਂ ਨੂੰ ਪਤਾ ਵੀ ਆਪਾਂ ਭੱਜ ਕੇ 6 ਮਹੀਨੇ ਇੰਡੀਆ, ਭੱਜ ਕੇ 6 ਮਹੀਨੇ ਕੈਨੇਡਾ, ਇਸ ਤਰ੍ਹਾਂ ਜਾਣੀ ਕਿ ਆਪਾਂ ਧਰਤੀ ਤੇ ਜਦੋਂ ਦੇਸ਼ਾਂ ਨੂੰ ਨਿੰਬੂ ਵਾਂਗੂ ਨਿਚੋੜਨ ਲਈ ਆਪਣੇ ਸੈਲਫਿਸ਼ ਇੰਟਰਸਟ ਦੇ ਵਾਸਤੇ ਭੱਜੀ ਫਿਰਦੇ ਆ, ਤੇ ਉਹ ਹੁਣ ਆਈ ਡੋਂਟ ਨੋ ਆਪਣਾ ਠੀਕ ਹੈ ਸਿਸਟਮ ਆਪਾਂ ਇੱਦਾਂ ਦਾ ਜੇ ਚੰਗਾ ਲੱਗਦਾ ਜ਼ਿੰਦਗੀ 'ਚ ਭੱਜ ਨੱਠ ਵਾਲਾ ਤਾਂ ਜੀ। ਪਰ ਦੂਸਰਾ ਇਹ ਹੈ ਜੀ ਵੀ ਇੱਕ ਕੈਨੇਡੀਅਨ ਸਿਟੀਜ਼ਨ ਜਿੱਦਾਂ ਕਿ ਵੀ ਹੁਣ ਤੁਸੀਂ ਦੇਖ ਲਓ ਵੀ ਇੰਡੀਆ ਤੋਂ ਬਾਹਰ ਕੋਈ ਵਿਅਕਤੀ ਚੱਲ ਜੇ, ਉਹਦੇ ਤੇ ਕੋਈ ਲਿਮਟ ਥੋੜੀ ਆ ਵੀ ਉਹ ਕਦੋਂ ਕਿੰਨੀ ਦੇਰ ਬਾਅਦ ਉਹਨੂੰ ਵਾਪਸ ਆਉਣਾ ਪੈਣਾ ਆ, ਉਹ ਭਾਵੇਂ ਸਾਰੀ ਉਮਰ ਹੀ ਨਾ ਆਵੇ ਮੁੜ ਕੇ। ਇੱਦਾਂ ਹੀ ਹੁੰਦਾ ਵੀ ਜਿਹੜੇ ਵੀ ਦੇਸ਼ ਦੇ ਤੁਸੀਂ ਸਿਟੀਜ਼ਨ ਬਣ ਗਏ, ਉੱਥੋਂ ਦਾ ਪਾਸਪੋਰਟ ਤੁਸੀਂ ਲੈ ਲਿਆ, ਸਿਟੀਜ਼ਨਸ਼ਿਪ ਲੈ ਲਈ, ਪਾਸਪੋਰਟ ਲਿਆ ਨਹੀਂ ਲਿਆ ਗੱਲ ਵੱਖਰੀ ਆ, ਪਰ ਟਰੈਵਲ ਕਰੋਗੇ ਤੇ ਪਾਸਪੋਰਟ ਲੋੜ ਪੈਣੀ ਹੀ ਆ। ਤੇ ਵੀ ਉਹ ਫਿਰ
ਜਿੰਨੀ ਦੇਰ ਮਰਜੀ ਇੱਕ ਵਾਰੀ ਜਾ ਕੇ ਭਾਵੇਂ ਤੁਸੀਂ ਸਾਰੀ ਉਮਰ ਮੁੜ ਕੇ ਮੁੜੋ ਹੀ ਨਾ, ਕਿਸੇ ਨੇ ਨਹੀਂ ਤੁਹਾਨੂੰ ਪੁੱਛਣਾ। ਤੇ ਭਾਵੇਂ ਤੁਸੀਂ ਮੁੜ ਕੇ ਆਲਮੋਸਟ 50 ਸਾਲਾਂ ਬਾਅਦ ਆ ਜਾਓ, ਫਿਰ ਵੀ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ। ਠੀਕ ਆ। ਸੋ ਇਸ ਕਰਕੇ ਸਿਟੀਜ਼ਨ ਹੋਣ ਤੋਂ ਬਾਅਦ ਹਰ ਇੱਕ ਵਿਅਕਤੀ ਦੁਨੀਆ ਦੇ ਮਤਲਬ ਕਿਸੇ ਵੀ ਦੇਸ਼ ਦਾ ਕੋਈ ਸਿਟੀਜ਼ਨ ਆ, ਉਹਨੂੰ ਆਪਣੇ ਦੇਸ਼ 'ਚ ਵਾਪਸ ਜਾਣ ਤੋਂ ਕਦੀ ਰੋਕਿਆ ਨਹੀਂ ਜਾ ਸਕਦਾ, ਭਾਵੇਂ ਉਹ ਮਤਲਬ ਕਹਿੰਦੇ ਜ਼ਿੰਦਗੀ ਦੇ ਆਖਰੀ ਸਾਲ 'ਚ ਮੁੜ ਕੇ ਕਿਉਂ ਨਾ ਆਉਣਾ ਚਾਹੁੰਦਾ ਹੋਵੇ। ਜੀ ਜੌਲ ਸਾਹਿਬ, ਆਪਾਂ ਇਹ ਗੱਲਬਾਤ ਕਰ ਲਈਏ, ਬਾਅਦ 'ਚ ਫਿਰ ਲੋਕੀ ਕਹਿਣ ਨਾ ਕਿ ਨਹੀਂ ਦੱਸਿਆ ਤਾਂ ਟੈਕਸ ਫਾਈਲਿੰਗ ਡੈਡਲਾਈਨ ਇਸ ਸਾਲ ਦੀ ਆ ਰਹੀ ਹੈ ਜੀ। ਪਰਸਨਲ ਟੈਕਸ ਰਿਟਰਨ ਇਜ਼ ਡਿਊ May 2 ਨੂੰ, ਐਂਡ ਜਿਹੜੇ ਸੈਲਫ ਇੰਪਲੋਇਡ ਬਿਜ਼ਨੈਸਿਸ ਨੇ ਉਹਨਾਂ ਨੂੰ ਜੂਨ 15 ਤੱਕ ਦੀ ਡੇਟ ਹੈਗੀ ਹੈ ਜੀ। ਹਾਂ ਬਿਲਕੁਲ ਅਰਸ਼, ਇਸ ਤਰ੍ਹਾਂ ਵੀ ਇਹ ਹਰ ਸਾਲ ਵੈਸੇ ਡੈਡਲਾਈਨ ਸੇਮ ਹੁੰਦੀ ਆ, ਥੋੜ੍ਹੀ ਜਿਹੀ ਇਹ ਅਪ੍ਰੈਲ ਦੇ ਐਂਡ ਦੇ ਵਿੱਚ ਵੀਕਐਂਡ ਕਰਕੇ ਜਿਹੜੀ ਮੂਵ ਹੋਈ ਆ। ਪਰਸਨਲ ਟੈਕਸ ਫਾਈਲ ਕਰਨ ਦੀ ਜਿਹੜੀ ਡੈਡਲਾਈਨ 2 ਦਿਨਾਂ ਵਾਸਤੇ 30 ਅਪ੍ਰੈਲ ਹੁੰਦੀ ਯੂਜ਼ਲੀ, ਐਤਕੀ 2 ਮਈ ਆ। ਪਰ ਜਿਹੜੇ ਬਿਜ਼ਨਸਿਸ ਹੈਗੇ ਆ ਜਾਂ ਸੈਲਫ ਇੰਪਲੋਇਡ ਲੋਕ ਆ, ਉਹਨਾਂ ਨੇ ਜਿਹੜਾ ਟੈਕਸ ਫਾਈਲ ਆ ਆਪਣਾ 15 ਜੂਨ ਤੱਕ ਕਰ ਦੇਣਾ ਹੁੰਦਾ ਕੈਨੇਡਾ ਦੇ ਵਿੱਚ ਜੀ। ਤੇ ਹੁਣ ਇਹ 2021 ਦੀ ਜਾਣੀ ਕਿ ਇਨਕਮ ਦੇ ਬੇਸ ਤੇ ਜਿਹੜਾ ਟੈਕਸ ਰਿਟਰਨ ਫਾਈਲ ਕਰਨ ਦੀ ਇਹ ਡੈਡਲਾਈਨ ਹੋਏਗੀ 2 ਮਈ ਤੇ 15 ਜੂਨ। ਇਹਦੇ ਵਾਸਤੇ ਹੁਣ ਜਿਹੜਾ ਜੀ ਆਪਣੀਆਂ T4 ਜਾਂ ਬਾਕੀ ਸਾਰਾ CRA ਦੀ ਜਿਹੜੀ ਡਾਕੂਮੈਂਟੇਸ਼ਨ ਚਾਹੀਦੀ ਆ, ਉਹ ਲੋਕ ਇਸ ਵੇਲੇ ਅਰੇਂਜ ਕਰ ਰਹੇ ਆ। ਤੇ ਦੂਸਰੇ ਪਾਸੇ ਇਹ ਅੱਜ ਵੀ ਮੌਰਗੇਜ ਦੇ ਲਈ ਜਾਂ ਫਿਰ ਸਪਾਂਸਰ ਕਰਨਾ ਹੋਵੇ ਕਿਸੇ ਨੂੰ, ਇਹਦੇ ਲਈ ਸਾਨੂੰ ਪਤਾ ਲੱਗ ਰਿਹਾ ਵੀ ਕਾਫੀ ਸਾਰੀਆਂ ਜਿਹੜੀਆਂ T4 ਨਕਲੀ ਦਫ਼ਤਰਾਂ ਦੇ ਵਿੱਚ ਬੈਠ ਕੇ ਵੀ ਠੱਗ ਚੋਰ ਤੇ ਚੋਰਨੀਆਂ ਬਣਾ ਰਹੇ ਆ, ਬਣਾ ਰਹੀਆਂ ਵੀ ਆ ਤੇ ਵੇਚੀਆਂ ਵੀ ਜਾ ਰਹੀਆਂ ਆ। ਤੇ ਹੁਣ ਤੁਸੀਂ ਦੇਖ ਲਓ, ਫਿਰ ਆਪਾਂ ਕਹਿੰਦੇ ਆ ਵੀ ਜਾਣੀ ਜਿਹੜਾ ਪ੍ਰੋਫੈਸ਼ਨ ਆ ਉਹਦਾ ਸੱਤਿਆਨਾਸ਼ ਕਿੱਦਾਂ ਹੁੰਦਾ, ਸੱਤਿਆਨਾਸ਼ ਕਰਦੇ ਵੀ ਆਪੇ ਹੀ ਆ। ਉਹ ਤਾਂ ਵੇਚ ਰਹੇ ਤੇ ਵੇਚ ਰਹੀਆਂ ਆ, ਤੇ ਉਹਨਾਂ ਨੂੰ T4 ਨੂੰ ਕੋਈ ਲੈ ਵੀ ਰਿਹਾ ਤੇ ਲੈ ਵੀ ਰਹੀ ਆ ਉਹਨਾਂ ਕੋਲ, ਉਹ ਵੀ ਕੈਨੇਡੀਅਨ ਹੀ ਆ, ਉਹ ਵੀ ਕੈਨੇਡਾ ਦੇ ਰੈਜ਼ੀਡੈਂਟ ਹੀ ਆ, ਹਨਾ। ਸੋ ਘੁਣ ਤੇ ਸਿਉਂਕ ਆਪਾਂ ਬਣੇ ਵੀ ਹੋਏ ਆ ਤੇ ਨਾਲ ਤਮਾਸ਼ੇ ਜੇ ਕਰੀ ਜਾਂਦੇ ਵੀ ਕੈਨੇਡਾ ਉਜੜੀ ਜਾਂਦਾ, ਨਾਲ ਉਜਾੜੀ ਜਾਂਦੇ ਆਪੇ ਹੀ। ਸੋ ਇਸ ਕਰਕੇ ਇਹ T4 ਕੈਨੇਡਾ ਦੇ ਬੋਰਨ ਲੋਕ ਨਹੀਂ ਬਣਾ ਰਹੇ ਨਕਲੀ, ਕੈਨੇਡਾ ਦੇ ਬੋਰਨ ਲੋਕ ਨਹੀਂ ਬਣਾ ਰਹੇ। ਕੰਨ ਖੋਲ ਕੇ ਸੁਣ ਲੈਣ ਭੈਣ ਭਰਾ, ਨਕਲੀ T4 ਕੈਨੇਡਾ ਦੇ ਬੋਰਨ ਲੋਕ ਨਹੀਂ ਬਣਾ ਰਹੇ, ਨਾ ਕੈਨੇਡਾ ਦੇ ਬੋਰਨ ਲੋਕ ਖਰੀਦ ਰਹੇ ਆ। ਕੌਣ ਆਏ, ਕੌਣ ਆ, ਕੀ ਕਰਨਾ ਆਏ ਸੀ ਇੱਥੇ, ਕੀ ਕਰਨਾ ਆਈਆਂ ਸੀ, ਜਰਾ ਦੇਖੋ ਅੰਦਰ ਝਾਤੀ ਮਾਰ ਕੇ। ਸਵਰਗ ਤੇ ਨਰਕ ਬਾਹਰ ਨਹੀਂ ਅੰਦਰ ਹੈ। ਉਹ ਸਿਉਂਕ ਤੇ ਘੋੜ ਬਣਨ ਆਏ ਸੀ, ਲੁੱਟਣ ਲੁਟਾਉਣ ਆਏ ਸੀ, ਕੀ ਕਰਨ ਆਏ ਸੀ ਟੈਚੀ ਚੁੱਕ ਕੇ ਜਾਂ ਖਾਲੀ ਹੱਥ ਭੱਜਣ ਦੀ ਤਾਂਗ ਕਾਹਦੀ ਸੀ? ਜਰਾ ਸੋਚੋ ਬੈਠ ਕੇ ਭੈਣ ਭਰਾਵਾ, ਆਪਾਂ ਸਾਰੇ ਸੋਚੀਏ। ਇੱਥੇ ਆ ਕੇ ਇੱਥੇ 'ਚ ਕਸੂਰ ਕੱਢਦੇ ਆ, ਉੱਥੇ ਬੈਠ ਕੇ ਤਾਂ ਇਹੀ ਦੂਰ ਦਾ ਢੋਲ ਸੁਹਾਵਣਾ ਲੱਗਦਾ ਵੀ ਸਾਡਾ ਆਸਰਾ ਹੀ ਕੈਨੇਡਾ ਆ ਜੀ। ਇੱਥੇ ਪਹੁੰਚ ਕੇ ਖਰਾਬ ਹੋ ਗਿਆ ਜੀ। ਖਰਾਬ ਕੀਤਾ ਕਿਹਨੇ ਜੀ? ਜਰਾ ਅੰਦਰ ਆਪਣੇ ਵੜ ਕੇ ਦੇਖੋ ਕੀ ਕੀ ਕੀਤਾ। ਸੋ ਇਸ ਕਰਕੇ T4 ਨਕਲੀ ਜਿਹੜੇ ਇਹ ਬਣਾ ਰਹੇ ਤੇ ਬਣਾ ਰਹੀਆਂ, ਉਹ ਕੌਣ ਨੇ, ਕਿਹੜੇ ਕੰਮ ਆਈਆਂ ਸੀ, ਕਿਹੜੇ ਕੰਮ ਆਏ ਸੀ ਜੀ? ਜਿਹੜੇ ਇਹਨੂੰ ਖਰੀਦ ਰਹੇ ਤੇ ਖਰੀਦ ਰਹੀਆਂ ਜਾਂ ਗਾਂਹ ਲੈ ਕੇ ਆਪਣੀਆਂ ਫਾਈਲਾਂ 'ਚ ਲਾ ਰਹੇ ਤੇ ਲਾ ਰਹੀਆਂ, ਉਹ ਕਿਹੜੇ ਕੰਮ ਇੱਥੇ ਆਈਆਂ ਤੇ ਆਏ ਸੀ, ਇਹ ਜਰਾ ਦੇਖ ਲਓ। ਏਦਾਂ ਉਜੜਦਾ ਕੈਨੇਡਾ, ਉਜਾੜਦਿਆਂ ਨਹੀਂ ਪਤਾ ਲੱਗ ਰਿਹਾ ਵੀ ਕੈਨੇਡਾ ਕਿੱਦਾਂ ਉਜੜੀ ਜਾਂਦਾ। ਆਪਣੇ ਹੱਥਾਂ 'ਚੋਂ ਉਜੜਿਆ ਭੈਣ ਭਰਾਓ, ਆਪਣੇ ਹੱਥਾਂ 'ਚੋਂ। ਜਦੋਂ ਕੱਲ ਨੂੰ ਮਰ ਜਾਵਾਂਗੇ, ਅਗਲੀਆਂ ਨਸਲਾਂ ਕਹਿਣਗੀਆਂ ਇਹ ਖਾਲੀ ਹੱਥ ਆ ਕੇ ਆਹ ਚੰਦ ਚਾੜ ਕੇ ਗਏ ਤੇ ਗਈਆਂ, ਆਹ ਕੰਮ ਕਰਦੇ ਹੁੰਦੇ ਸੀ ਇਹ। ਠੀਕ ਆ, ਮਰ ਜਾਣਾ ਕਿ ਹੁਣ ਤੇ ਸਿਉਂਕ ਬਣ ਕੇ ਹੀ, ਕਿ ਜਾਂ ਮਰ ਜਾਣਾ ਕੋਈ ਸਵਰਗ ਜਿਹਾ ਇਸ ਮੁਲਕ ਨੂੰ ਉਦਾਂ ਦਾ ਛੱਡ ਕੇ ਜਿੱਦਾਂ ਦਾ ਸਾਨੂੰ ਉੱਥੇ ਬੈਠਾ ਚੰਗਾ ਲੱਗਦਾ ਸੀ। ਇਹ ਫੈਸਲਾ ਆਪਣਾ ਆਪਣਾ ਜੀ। ਸੋ ਟੈਕਸ ਫਾਈਲ ਕਰਨਾ 2 ਮਈ ਤੇ 15 ਜੂਨ ਹੈ ਜੀ ਡੈਡਲਾਈਨ ਜੀ। ਜੌਲ ਸਾਹਿਬ, ਇੱਕ ਹੋਰ ਚੰਦ ਚਾੜਿਆ ਜੀ ਤੇ ਫਿਰ ਭਾਊ ਜੀ ਸਿੱਧਾ ਪਹੁੰਚੇ। ਜਦੋਂ ਆਪਾਂ ਕੱਲ ਵੀਰ ਨੇ ਕਿਹਾ ਸੀ ਕਿ ਇੰਨੀ ਪੁਲਿਸ ਕਿਉਂ ਇਕੱਠੀ ਹੋਈ ਹੈ ਜੀ, ਸੋ ਗੱਲ ਸੁਣ ਲਓ ਜੀ। ਪੀਐਲ ਪੁਲਿਸ ਨੇ ਅਰੈਸਟ ਕੀਤਾ ਜੀ ਮਨਪ੍ਰੀਤ ਸਿੰਘ ਜੀ ਨੂੰ, 33 ਸਾਲ, ਬਰੈਂਪਟਨ ਦੇ ਵਿੱਚ ਇਹ ਰਹਿਣ ਵਾਲਾ ਸੀ। ਮਾਲਟਨ ਗੁਰੂ ਘਰ ਦੇ ਵਿੱਚ ਇਹ ਲੁਕਿਆ ਸੀ, ਇਸ ਦੇ ਗੱਡੀ ਚੁਰਾਈ ਸੀ ਤੇ ਪਤੰਦਰ ਪਹੁੰਚਿਆ ਕਿੱਥੇ? ਮਾਲਟਨ ਗੁਰੂ ਘਰ ਮਾਫੀ ਮੰਗਣ ਲਈ ਪਹੁੰਚਿਆ ਹੋਣਾ ਉੱਥੇ। ਇਹ ਹੁਣ ਮਾਫੀ ਤੇ ਉਹ ਜਿੱਦਾਂ ਕਹਿੰਦੇ ਨਾ ਵੀ ਚਰਚ ਦੇ ਵਿੱਚ ਉਹਨਾਂ ਨੇ ਜਗ੍ਹਾ ਹੀ ਬਣਾਈ ਹੁੰਦੀ ਵੀ ਜੇ ਕੋਈ ਗਲਤ ਸਾਡੇ ਕੋਲ ਆ ਜਾਓ। ਪਰ ਉਹ ਮਾਫੀ ਦਾ ਮਤਲਬ ਕਈ ਵਾਰੀ ਲੋਕ ਅੰਡਰਸਟੈਂਡ ਨਹੀਂ ਕਰਦੇ, ਉਹਨੂੰ ਗਲਤ ਇੰਟਰਪ੍ਰੇਟ ਕਰ ਦਿੱਤਾ ਜਾਂਦਾ। ਉਹ ਮਾਫੀ ਹੁੰਦੀ ਸਿਰਫ ਗੋਡ ਕੋਲੋਂ, ਵਾਹਿਗੁਰੂ ਕੋਲੋਂ ਵੀ ਮੇਰੇ ਕੋਲ ਗਲਤੀ ਹੋ ਗਈ, ਮਾਫ ਕਰ ਦਿਓ। ਪਰ ਜਿਹੜਾ ਕਾਨੂੰਨ ਹੈ, ਜੁਡੀਸ਼ੀਅਲ ਸਿਸਟਮ ਹੈ, ਉਹਦੀ ਮਾਫੀ ਨਹੀਂ ਗੁਰਦੁਆਰੇ ਜਾ ਕੇ ਮਿਲ ਜਾਣੀ, ਉਹਦੀ ਮਾਫੀ ਨਹੀਂ ਚਰਚ ਜਾ ਕੇ ਮਿਲ ਜਾਣੀ, ਉਹ ਤਾਂ ਭੁਗਤਣਾ ਪੈਣਾ, ਅੱਡੀਆਂ ਰਗੜਨੀਆਂ ਪੈਣੀਆਂ ਨੇ ਜੀ। ਜਿੱਦਾਂ ਕਿ ਭਾਈ ਸਾਹਿਬ ਜਾਨੀ ਦੱਸਿਆ ਜਾ ਰਿਹਾ ਵੀ ਸੀਗਾ ਤਾਂ ਪਹਿਲਾਂ ਹੀ ਕਿਸੇ ਕੰਮ 'ਚ ਜੇਲ੍ਹ ਤੋਂ ਬਾਹਰ ਮਨਪ੍ਰੀਤ ਸਿੰਘ ਬਰੈਂਪਟਨ ਦਾ ਹੀ, ਤੇ ਪਰ ਇਹਨੇ ਫਿਰ ਜਾਣੀ ਹਥੌੜਾ ਦਿਖਾ ਕੇ ਕੱਲ ਉਹ ਫਰਟੀਨੋ ਦੇ ਲਾਗੇ ਏਅਰਪੋਰਟ ਤੇ ਬੁਵੇੜ ਦੇ ਏਰੀਆ ਦੇ ਵਿੱਚ ਅੱਧੀ ਰਾਤ ਤੋਂ ਬਾਅਦ ਅੰਮ੍ਰਿਤ ਵੇਲੇ ਕਹਿ ਲਓ ਕਾਰ ਖੋਈ ਆ, ਹਥੌੜਾ ਦਿਖਾ ਕੇ। ਹਾਂਜੀ,
ਕਾਰ ਖੋ ਕੇ ਫਿਰ ਉੱਥੇ ਗੱਡੀ ਜਾਣੀ ਇਹ ਮਾਲਟਨ ਗੁਰਦੁਆਰੇ ਤੱਕ ਪਹੁੰਚਾ। ਉੱਥੇ ਫਿਰ 8 ਵਜੇ ਜਾਣੀ ਕਾਫੀ ਪੁਲਿਸ ਦੀ ਜਿਹੜੀ ਪ੍ਰੈਜ਼ੈਂਸ ਉਹ ਘੇਰਾ ਪੈਣ ਤੋਂ ਬਾਅਦ ਇਹਦੀ ਜਿਹੜੀ ਅਰੈਸਟ ਆ ਜੋ ਹੋਈ ਸੀ। ਤੇ ਜਿੱਦਾਂ ਆਪਾਂ ਕਿਹਾ ਨਾ ਵੀ ਗੜਿਆਂ ਦੀ ਸ਼ਰਾਟਿਆਂ ਦੇ ਵਾਂਗੂ ਗ੍ਰਿਫਤਾਰੀਆਂ ਦਾ ਸਿਲਸਿਲਾ ਜਾਰੀ ਆ। ਹੁਣ ਦੇਖ ਲਓ ਵੀ 109ਵਾਂ ਦਿਨ ਆ ਅੱਜ ਸਾਲ 2022 ਦਾ। 109ਵੇਂ ਦਿਨ ਤੱਕ ਸਾਡੇ ਟੋਰਾਂਟੋ ਇਲਾਕੇ ਦੇ ਵਿੱਚ ਹੀ ਇਹ ਅਪਰਾਧਾਂ 'ਚ ਅਰੈਸਟ ਹੋਣ ਵਾਲੇ ਪੰਜਾਬੀ ਤੇ ਪੰਜਾਬਣਾਂ ਦੀ ਗਿਣਤੀ 75 ਤੱਕ ਪਹੁੰਚਣ ਵਾਲੀ ਆ। ਵਾਓ। ਇਹ ਪਿਛਲੇ 24 ਘੰਟਿਆਂ 'ਚ ਹੀ ਮਨਪ੍ਰੀਤ ਸਿੰਘ ਦੀ ਗ੍ਰਿਫਤਾਰੀ ਇੱਕ ਹੋਈ ਆ ਕਾਰ ਖੋਹਣ ਦੇ ਦੋਸ਼ ਵਿੱਚ, ਜੇਲ੍ਹ 'ਚੋਂ ਹੀ ਬਾਹਰ ਆਇਆ ਹੋਇਆ ਸੀਗਾ। ਦੂਜਾ ਜਿਹਨਾਂ ਨੇ ਜਾਣੀ ਕਿ ਬੈਟ ਨਾਲ ਬੱਲਿਆਂ ਨਾਲ 2 ਬੰਦੇ ਮੁੰਡੇ ਕੁੱਟੇ ਆ। ਹਾਂਜੀ। 16 ਅਪ੍ਰੈਲ ਨੂੰ ਅੱਧੀ ਰਾਤ ਤੋਂ ਬਾਅਦ। ਤੇ ਇਹ ਜਾਣੀ ਗੁੰਡੇ ਤੇ ਇਸ ਤਰ੍ਹਾਂ ਦੇ ਲੋਕ ਆ ਜਿਹੜੇ ਵੀ ਅੱਧੀ ਰਾਤ ਤੋਂ ਬਾਅਦ ਬੜੇ ਐਕਟਿਵ ਆ ਹਨਾ। ਕਾਰ ਵੀ ਜਾਣੀ ਇਹਨੇ ਅੱਧੀ ਰਾਤ ਤੋਂ ਬਾਅਦ ਹੀ ਖੋਈ ਆ। ਉਹ ਸਟੋਰ ਚੋਂ ਨਿਕਲੇ 2 ਮੁੰਡਿਆਂ ਤੇ ਅਟੈਕ ਵੀ ਇਹਨਾਂ 4 ਮੁੰਡਿਆਂ ਨੇ ਜਿਹੜਾ ਜੀ ਵੀ ਅੱਧੀ ਰਾਤ ਤੋਂ ਬਾਅਦ ਹੀ ਕੀਤਾ। ਸੋ ਇਸ ਕਰਕੇ ਵੀ ਇਹ ਹੁਣ ਗੁਰਕੀਰਤ ਸਿੰਘ ਤੇ ਮਨਜੋਤ ਸਿੰਘ ਦਾ ਜਿਹੜਾ ਵਾਰੰਟ ਆ ਜੀ ਪੁਲਿਸ ਨੇ ਕੱਢਿਆ ਹੋਇਆ ਅਰੈਸਟ ਦਾ। ਤੇ ਇਹਨਾਂ ਦੇ 2 ਸਾਥੀ ਜਿਹੜੇ ਹੋਰ ਆ ਅਜੇ ਉਹ ਅਨਆਇਡੈਂਟੀਫਾਈਡ ਆ। ਉਹਨਾਂ ਦੀ ਜਿਹੜੀ ਵੀ ਇਨਵੈਸਟੀਗੇਸ਼ਨ ਤੋਂ ਚਲੋ ਸਾਰੇ ਕੇਸ ਦੀ ਹੋ ਹੀ ਰਹੀ ਹੈ ਜੀ। ਪੁਲਿਸ ਨੂੰ ਲੱਗਦਾ ਵੀ ਜਦੋਂ ਇਹ ਗੁਰਕੀਰਤ ਤੇ ਮਨਜੋਤ ਹੱਥ ਆ ਜਾਣਗੇ ਤੇ ਇਹ ਦੂਜੇ 2 ਵੀ ਜਿਹੜੇ ਆ ਉਹ ਕਿਤੇ ਜਾ ਨਹੀਂ ਸਕਣਗੇ। ਸੋ ਉਸ ਲਿਹਾਜ਼ ਨਾਲ ਹੁਣ ਤੁਸੀਂ ਦੇਖ ਲਓ ਭੈਣ ਭਰਾਓ, ਦੇਖ ਲਓ। ਫਿਰ ਆਪਾਂ ਕਹਿੰਦੇ ਥੋੜੇ ਤੇ ਥੋੜੀਆਂ ਹੀ ਆ ਜੀ। ਫਿਰ ਆਪਾਂ ਕਹਿੰਦੇ ਜੀ ਸਾਰੇ ਤੇ ਸਾਰੀਆਂ ਨਹੀਂ ਹੈਗੇ। 24 ਘੰਟਿਆਂ ਦੇ ਵਿੱਚ ਇੱਕ ਸ਼ਹਿਰ ਦੇ ਵਿੱਚ ਹੀ 3 ਅਰੈਸਟ ਪੰਜਾਬੀਆਂ 'ਚ। ਉਹ ਤੁਸੀਂ ਦੱਸੋ ਤੇ ਹੋਰ ਕਿੰਨੇ ਭਾਈਚਾਰੇ ਆ ਉਹਨਾਂ ਦੇ ਪਿਛਲੇ 24 ਘੰਟਿਆਂ 'ਚ ਕਿੰਨੇ ਅਰੈਸਟ ਹੋਏ ਆ ਜੀ। ਆਪਾਂ ਤਮਾਸ਼ਾ ਤੇ ਕਰਦੇ ਆ ਵੀ ਇੱਥੇ ਦੇ ਲੋਕ ਵੀ ਖਰਾਬ ਆ। ਸਾਡੇ ਵਿੱਚੋਂ ਇੱਕ ਵੀ ਨਹੀਂ ਸੀ ਹੋਣਾ ਚਾਹੀਦਾ, ਇੱਕ ਵੀ ਇਸ ਕੰਮ ਨਹੀਂ ਸੀ ਤੁਰਿਆ ਘਰੋਂ, ਇੱਕ ਵੀ ਨਹੀਂ ਸੀ ਤੁਰੀ ਹਨਾ। ਸੋ ਇਸ ਕਰਕੇ ਆਪਾਂ ਹੋਸ਼ ਕਰੀਏ। ਨੁਕਸ ਨਰਕ ਅੰਦਰ ਆ, ਚੰਗਿਆਈਆਂ ਤੇ ਸਵਰਗ ਵੀ ਅੰਦਰ ਹੀ ਆ। ਸਾਡੇ ਕਰਮ ਚੋਂ ਜਾਂ ਕੁਕਰਮ ਚੋਂ ਉੱਭਰ ਕੇ ਉਹ ਸਾਹਮਣੇ ਆ ਜਾਣਾ ਵੀ ਅਸੀਂ ਕੀ ਆ। ਸਿੰਪਲ ਇਸ ਜੀ। ਬਹੁਤ ਧੰਨਵਾਦ। ਜੋਲ ਸਾਹਿਬ ਦਾ ਨੰਬਰ 4168953784 4168953784 ਤੇ ਜੋਲ ਸਾਹਿਬ ਦੇ ਨਾਲ ਡਾਇਰੈਕਟਲੀ ਗੱਲਬਾਤ ਕੀਤੀ ਜਾ ਸਕਦੀ ਹੈ। ਜੋਲ ਸਾਹਿਬ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਥੈਂਕ ਯੂ। ਜੈਸ ਬਾਈ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।